ਮੈਂ ਰਵਿੰਦਰ ਕੌਰ ਸਾਇੰਸ ਮਿਸਟਰਸ ਜਮਾਤ 8ਵੀਂ ਦੇ ਪਾਠ 8 ਜਿਸ ਦਾ ਨਾਂ ਹੈ ਸੈੱਲ ਬਣਤਰ ਅਤੇ ਕਾਰਜ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ। ਪਿਆਰੇ ਬੱਚਿਓ, ਇਸ ਅਧਿਆਇ ਵਿੱਚ ਅਸੀਂ ਅੰਗਾਂ ਦੀ ਰਚਨਾਤਮਕ ਮੁੱਢਲੀ ਇਕਾਈ ਜਿਸ ਨੂੰ ਸੈੱਲ ਕਹਿੰਦੇ ਹਨ ਬਾਰੇ ਪੜ੍ਹਾਂਗੇ। ਸੈੱਲਾਂ ਦੀ ਤੁਲਨਾ ਅਸੀਂ ਇੱਟਾਂ ਨਾਲ ਕਰ ਸਕਦੇ ਹਾਂ। ਜਿਸ ਤਰ੍ਹਾਂ ਬਹੁਤ ਸਾਰੀਆਂ ਇੱਟਾਂ ਨੂੰ ਜੋੜ ਕੇ ਇਮਾਰਤ ਦਾ ਨਿਰਮਾਣ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਹੀ ਬਹੁਤ ਸਾਰੇ ਸੈੱਲ ਇੱਕ ਦੂਜੇ ਨਾਲ ਜੁੜ ਕੇ ਸਜੀਵ ਦੇ ਸਰੀਰ ਦਾ ਨਿਰਮਾਣ ਕਰਦੇ ਹਨ। ਜਿਵੇਂ ਇਮਾਰਤ ਦੀ ਉਸਾਰੀ ਲਈ ਇੱਕ ਸਮਾਨ ਇੱਟਾਂ ਦਾ ਪ੍ਰਯੋਗ ਹੁੰਦਾ ਹੈ, ਪਰੰਤੂ ਉਹਨਾਂ ਦੀ ਸ਼ਕਲ, ਡਿਜ਼ਾਈਨ ਅਤੇ ਆਕਾਰ ਅਲੱਗ-ਅਲੱਗ ਹੁੰਦੇ ਹਨ, ਉਸ ਪ੍ਰਕਾਰ ਸਜੀਵ ਜਗਤ ਦੇ ਜੀਵ ਭਾਵੇਂ ਇੱਕ ਦੂਜੇ ਤੋਂ ਭਿੰਨ-ਭਿੰਨ ਦਿਖਾਈ ਦਿੰਦੇ ਹਨ, ਪਰੰਤੂ ਉਹ ਸਾਰੇ ਇੱਕੋ ਤਰ੍ਹਾਂ ਦੇ ਸੈੱਲਾਂ ਤੋਂ ਬਣੇ ਹੁੰਦੇ ਹਨ। ਨਿਰਜੀਵ ਇੱਟਾਂ ਨਾਲੋਂ ਸਜੀਵ ਦੇ ਸੈੱਲਾਂ ਦੀ ਬਣਤਰ ਜ਼ਿਆਦਾ ਗੁੰਝਲਦਾਰ ਹੁੰਦੀ ਹੈ। ਬੱਚਿਓ, ਸੈੱਲ ਦੀ ਖੋਜ ਵਿਗਿਆਨੀ ਰੌਬਰਟ ਹੁੱਕ ਨੇ ਕੀਤੀ ਸੀ। ਰੌਬਰਟ ਹੁੱਕ ਨੇ 1665 ਈਸਵੀ ਵਿੱਚ ਕਾਰਕ ਦੇ ਇੱਕ ਬਹੁਤ ਬਰੀਕ ਪਤਲੇ ਟੁਕੜੇ ਦਾ ਸਧਾਰਨ ਸੂਖਮਦਰਸ਼ੀ ਯੰਤਰ ਨਾਲ ਅਧਿਐਨ ਕੀਤਾ। ਕਾਰਕ ਦਰਖਤ ਦੀ ਛਿੱਲ ਦਾ ਇੱਕ ਟੁਕੜਾ ਹੁੰਦਾ ਹੈ। ਉਸਨੇ ਕਾਰਕ ਦਾ ਪਤਲਾ ਟੁਕੜਾ ਲਿਆ ਅਤੇ ਉਸ ਦਾ ਸੂਖਮਦਰਸ਼ੀ ਦੀ ਸਹਾਇਤਾ ਨਾਲ ਅਧਿਐਨ ਕੀਤਾ। ਉਸਨੇ ਕਾਰਕ ਦੇ ਪਤਲੇ ਟੁਕੜੇ ਵਿੱਚ ਅਨੇਕਾਂ ਹੀ 6 ਕੋਨੇ ਵਿਭਾਜਿਤ ਬਕਸੇ ਵੇਖੇ। ਇਹ ਬਕਸੇ ਸ਼ਹਿਦ ਦੀ ਮੱਖੀ ਦੇ ਛੱਤੇ ਦੀ ਸ਼ਕਲ ਵਰਗੇ ਦਿਖਾਈ ਦਿੱਤੇ। ਉਸਨੇ ਇਹ ਵੀ ਦੇਖਿਆ ਕਿ ਇੱਕ ਬਕਸਾ ਦੂਜੇ ਨਾਲੋਂ ਇੱਕ ਦੀਵਾਰ ਜਾਂ ਵਿਭਾਜਿਤ ਪੱਟੀ ਦੁਆਰਾ ਅਲੱਗ ਹੈ। ਰੌਬਰਟ ਹੁੱਕ ਨੇ ਹਰੇਕ ਬਕਸੇ ਨੂੰ ਸੈੱਲ ਦਾ ਨਾਂ ਦਿੱਤਾ। ਬੱਚਿਓ, ਸੈੱਲ ਦੀ ਸੰਖਿਆ ਦੇ ਆਧਾਰ ਤੇ ਜੀਵਾਂ ਨੂੰ 2 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ: ਇੱਕ ਸੈੱਲੀ ਜੀਵ ਅਤੇ ਬਹੁਸੈੱਲੀ ਜੀਵ। ਹੁਣ ਬਹੁਸੈੱਲੀ ਜੀਵ ਕੀ ਹੁੰਦੇ ਹਨ? ਉਹ ਜੀਵ ਜਿਨ੍ਹਾਂ ਦਾ ਸਰੀਰ ਇੱਕ ਤੋਂ ਜ਼ਿਆਦਾ ਸੈੱਲਾਂ ਦਾ ਬਣਿਆ ਹੁੰਦਾ ਹੈ, ਉਹਨਾਂ ਨੂੰ ਬਹੁਸੈੱਲੀ ਜੀਵ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਮਨੁੱਖ ਬਹੁਸੈੱਲੀ ਜੀਵ ਹਨ। ਮਨੁੱਖੀ ਸਰੀਰ ਵਿੱਚ ਸੈੱਲ ਮਿਲ ਕੇ ਟਿਸ਼ੂ ਬਣਾਉਂਦੇ ਹਨ ਅਤੇ ਟਿਸ਼ੂ ਮਿਲ ਕੇ ਅੰਗ ਬਣਾਉਂਦੇ ਹਨ। ਇਹ ਅੰਗ ਮਿਲ ਕੇ ਅੰਗ ਪ੍ਰਣਾਲੀ ਬਣਾਉਂਦੇ ਹਨ ਅਤੇ ਕਈ ਅੰਗ ਪ੍ਰਣਾਲੀਆਂ ਮਿਲ ਕੇ ਮਨੁੱਖੀ ਸਰੀਰ ਦੀ ਰਚਨਾ ਕਰਦੀਆਂ ਹਨ। ਇਸੇ ਤਰ੍ਹਾਂ ਪੌਦਿਆਂ ਵਿੱਚ ਸੈੱਲ ਮਿਲ ਕੇ ਟਿਸ਼ੂ ਬਣਾਉਂਦੇ ਹਨ, ਟਿਸ਼ੂ ਮਿਲ ਕਰ ਅੰਗ ਬਣਾਉਂਦੇ ਹਨ ਅਤੇ ਅੰਗ ਮਿਲ ਕੇ ਉਹਨਾਂ ਨੂੰ ਪੂਰਾ ਪੌਦਾ ਬਣਦਾ ਹੈ। ਹੁਣ ਸਵਾਲ ਹੁੰਦਾ, ਇੱਕ ਸੈੱਲੀ ਜੀਵ ਕੀ ਹੁੰਦੇ ਹਨ? ਇੱਕ ਸੈੱਲ ਤੋਂ ਬਣੇ ਜੀਵਾਂ ਨੂੰ ਇੱਕ ਸੈੱਲੀ ਜੀਵ ਕਹਿੰਦੇ ਹਨ। ਇਹ ਵੀ ਉਹ ਸਾਰੀਆਂ ਜ਼ਰੂਰੀ ਕਿਰਿਆਵਾਂ ਕਰਦੇ ਹਨ ਜੋ ਬਹੁਸੈੱਲੀ ਜੀਵ ਦੁਆਰਾ ਕੀਤੀਆਂ ਜਾਂਦੀਆਂ ਹਨ। ਅਮੀਬਾ ਅਤੇ ਪੈਰਾਮੀਸ਼ੀਅਮ ਇੱਕ ਸੈੱਲੀ ਜੀਵ ਦੀਆਂ ਉਦਾਹਰਨਾਂ ਹਨ। ਹੁਣ ਆਪਾਂ ਗੱਲ ਕਰਦੇ ਹਾਂ ਕਿ ਅਮੀਬਾ ਭੋਜਨ ਦਾ ਅੰਤਰਗ੍ਰਹਿਣ ਕਿਵੇਂ ਕਰਦਾ ਹੈ। ਅਮੀਬਾ ਭੋਜਨ ਦਾ ਅੰਤਰਗ੍ਰਹਿਣ ਤੇ ਪਾਚਨ ਕਰਦਾ ਹੈ। ਇਹ ਸਾਹ ਕਿਰਿਆ, ਮਲ ਨਿਕਾਸ ਤੇ ਪ੍ਰਜਨਨ ਵੀ ਕਰਦਾ ਹੈ। ਅਮੀਬਾ ਦੀ ਕੋਈ ਨਿਸ਼ਚਿਤ ਆਕ੍ਰਿਤੀ ਨਹੀਂ ਹੁੰਦੀ, ਉਹ ਆਪਣੀ ਆਕ੍ਰਿਤੀ ਬਦਲਦਾ ਰਹਿੰਦਾ ਹੈ। ਇਸ ਦੇ ਮੁੱਖ ਸਰੀਰ ਤੋਂ ਬਾਹਰ ਵੱਲ ਭਿੰਨ-ਭਿੰਨ ਲੰਬਾਈਆਂ ਦੇ ਉਹ ਉਭਾਰ ਦਿਖਾਈ ਦਿੰਦੇ ਹਨ। ਇਹਨਾਂ ਨੂੰ ਸੀਡੋਪੋਡੀਆ ਜਾਂ ਆਭਾਸੀ ਪੈਰ ਆਖਦੇ ਹਨ। ਇਹ ਝੂਠੇ ਪੈਰ ਅਮੀਬਾ ਦੇ ਗਤੀ ਕਰਨ ਸਮੇਂ ਅਤੇ ਭੋਜਨ ਦਾ ਅੰਤਰਗ੍ਰਹਿਣ ਕਰਦੇ ਸਮੇਂ ਬਣਦੇ ਅਤੇ ਵਿਗੜਦੇ ਰਹਿੰਦੇ ਹਨ। ਅਮੀਬਾ ਦੀ ਆਕ੍ਰਿਤੀ ਝੂਠੇ ਪੈਰਾਂ ਦੇ ਬਣਨ ਕਾਰਨ ਬਦਲਦੀ ਰਹਿੰਦੀ ਹੈ।
ਜੋ ਉਸ ਨੂੰ ਗਤੀ ਪ੍ਰਦਾਨ ਕਰਨ ਅਤੇ ਭੋਜਨ ਗ੍ਰਹਿਣ ਕਰਨ ਵਿੱਚ ਸਹਾਇਤਾ ਕਰਦੇ ਹਨ। ਤਾਂ ਚਲੋ ਆਓ ਆਪਾਂ ਇੱਕ ਛੋਟੀ ਜਿਹੀ ਵੀਡੀਓ ਦੇਖਦੇ ਹਾਂ ਜਿਸ ਵਿੱਚ ਅਮੀਬਾ ਭੋਜਨ ਦਾ ਅੰਤਰ ਗ੍ਰਹਿਣ ਕਰਦਾ ਹੈ। ਹੁਣ ਗੱਲ ਕਰਦੇ ਹਾਂ ਸੈੱਲਾਂ ਦੇ ਆਕਾਰ ਦੀ। ਕੀ ਸਾਰੇ ਸੈੱਲਾਂ ਦਾ ਆਕਾਰ ਇੱਕੋ ਜਿਹਾ ਹੁੰਦਾ ਹੈ? ਜੀ ਨਹੀਂ, ਸੈੱਲਾਂ ਦਾ ਆਕਾਰ ਇੱਕੋ ਜਿਹਾ ਨਹੀਂ ਹੁੰਦਾ। ਸਜੀਵਾਂ ਵਿੱਚ 1 ਮੀਟਰ ਦੇ 1,00,000ਵੇਂ ਹਿੱਸੇ ਭਾਵ ਮਾਈਕਰੋਨ ਦੇ ਬਰਾਬਰ ਛੋਟਾ ਹੋ ਸਕਦਾ ਹੈ ਜਾਂ ਫਿਰ ਕੁਝ ਸੈਂਟੀਮੀਟਰ ਲੰਬਾ ਵੀ। ਜ਼ਿਆਦਾਤਰ ਸੈੱਲ ਬਹੁਤ ਹੀ ਸੂਖਮ ਹੁੰਦੇ ਹਨ ਤੇ ਨੰਗੀ ਅੱਖ ਨਾਲ ਵਿਖਾਈ ਨਹੀਂ ਦਿੰਦੇ। ਇਹਨਾਂ ਨੂੰ ਦੇਖਣ ਲਈ ਸੂਖਮਦਰਸ਼ੀ ਦੀ ਵਰਤੋਂ ਕੀਤੀ ਜਾਂਦੀ ਹੈ। ਸਭ ਤੋਂ ਛੋਟਾ ਸੈੱਲ ਜੀਵਾਣੂ ਸੈੱਲ ਹੈ, ਜਿਸ ਦਾ ਆਕਾਰ 0.1 ਤੋਂ 0.5 ਮਾਈਕਰੋਮੀਟਰ ਹੁੰਦਾ ਹੈ। ਸਭ ਤੋਂ ਵੱਡਾ ਸੈੱਲ ਸ਼ਤਰਮੁਰਗ ਦਾ ਅੰਡਾ ਹੈ, ਜਿਸ ਦਾ ਆਕਾਰ 130 ਮਿਲੀਮੀਟਰ ਤੋਂ 170 ਮਿਲੀਮੀਟਰ ਹੁੰਦਾ ਹੈ। ਮਨੁੱਖ ਦੇ ਲਹੂ ਵਿੱਚ ਮਿਲਣ ਵਾਲੇ ਸਫੈਦ ਲਹੂ ਸੈੱਲ ਵੀ ਇੱਕ ਸੈਲੀ ਰਚਨਾ ਦੀ ਉਦਾਹਰਣ ਹਨ, ਜੋ ਆਪਣੀ ਆਕ੍ਰਿਤੀ ਬਦਲ ਸਕਦੇ ਹਨ। ਇਹ ਭਿੰਨ-ਭਿੰਨ ਆਕ੍ਰਿਤੀਆਂ, ਸ਼ਕਲਾਂ ਉਹਨਾਂ ਦੇ ਵਿਸ਼ੇਸ਼ ਕਾਰਜਾਂ ਨਾਲ ਸੰਬੰਧਿਤ ਹਨ। ਲਹੂ ਸੈੱਲਾਂ ਦੀ ਆਕ੍ਰਿਤੀ ਗੋਲ ਹੈ। ਪੇਸ਼ੀ ਸੈੱਲ ਲੰਬੇ ਹੁੰਦੇ ਹਨ, ਜਿਨ੍ਹਾਂ ਦੇ ਦੋਨੋਂ ਸਿਰੇ ਨੁਕੀਲੇ ਹੁੰਦੇ ਹਨ। ਇਹਨਾਂ ਦਾ ਆਕਾਰ ਤਕਲਾ ਰੂਪੀ ਹੁੰਦਾ ਹੈ। ਤਾਂ ਆਓ ਹੁਣ ਗੱਲ ਕਰੀਏ ਨਾੜੀ ਸੈੱਲ ਦੀ। ਨਾੜੀ ਸੈੱਲ ਬਹੁਤ ਲੰਬੇ ਅਤੇ ਸ਼ਾਖਾਵਾਂ ਵਾਲੇ ਹੁੰਦੇ ਹਨ। ਇਹ ਸੰਵੇਦਨਾਵਾਂ ਨੂੰ ਪ੍ਰਾਪਤ ਕਰਕੇ ਸਥਾਨਾਂਤਰਿਤ ਕਰਦੇ ਹਨ, ਜਿਸ ਨਾਲ ਇਹ ਸਰੀਰ ਵਿੱਚ ਕਾਬੂ ਅਤੇ ਤਾਲਮੇਲ ਦੀ ਸਥਿਤੀ ਬਣਾਈ ਰੱਖਦੇ ਹਨ। ਆਓ ਇੱਕ ਕਿਰਿਆ ਕਰੀਏ। ਮੁਰਗੀ ਦਾ ਇੱਕ ਅੰਡਾ ਉਬਾਲੋ। ਉਸ ਦਾ ਛਿਲਕਾ ਅਲੱਗ ਕਰ ਲਓ। ਅਸੀਂ ਦੇਖਦੇ ਹਾਂ ਕਿ ਇੱਕ ਸਫੈਦ ਪਦਾਰਥ ਨੇ ਕੇਂਦਰ ਵਿਚਲੇ ਪੀਲੇ ਭਾਗ ਨੂੰ ਘੇਰਿਆ ਹੋਇਆ ਹੈ। ਸਫੇਦ ਭਾਗ ਐਲਬਿਊਮਿਨ ਹੈ, ਜੋ ਉਬਾਲਣ ਨਾਲ ਠੋਸ ਅਵਸਥਾ ਵਿੱਚ ਬਦਲ ਗਿਆ ਹੈ। ਪੀਲਾ ਭਾਗ ਯੋਕ ਹੈ। ਇਹ ਇੱਕ ਇਕੱਲੇ ਸੈੱਲ ਦਾ ਭਾਗ ਹੈ। ਅਸੀਂ ਇਸ ਸੈੱਲ ਨੂੰ ਸੂਖਮਦਰਸ਼ੀ ਤੋਂ ਬਿਨਾਂ ਹੀ ਦੇਖ ਸਕਦੇ ਹਾਂ। ਬੱਚਿਓ, ਸੈੱਲ 2 ਪ੍ਰਕਾਰ ਦੇ ਹੁੰਦੇ ਹਨ, ਪੌਦਾ ਸੈੱਲ ਅਤੇ ਜੰਤੂ ਸੈੱਲ। ਆਓ ਹੁਣ ਸੈੱਲ ਦੇ ਭਾਗ ਬਾਰੇ ਗੱਲ ਕਰੀਏ। ਸੈੱਲ ਦੇ ਮੁੱਖ ਭਾਗ ਹਨ ਸੈੱਲ ਝਿੱਲੀ, ਸੈੱਲ ਭਿੱਤੀ, ਕੇਂਦਰਕ, ਸੈੱਲ ਦ੍ਰਵ, ਪਲਾਸਟਿਡ, ਰਸਧਾਨੀ, ਗਾਲਜੀ ਕਾਇਆ, ਲਾਈਸੋਸੋਮ, ਮਾਈਟੋਕੌਂਡਰੀਆ ਅਤੇ ਐਂਡੋਪਲਾਜ਼ਮੀ ਜਾਲ। ਆਓ ਹੁਣ ਇਹਨਾਂ ਨੂੰ ਵਿਸਤਾਰ ਨਾਲ ਸਮਝੀਏ। ਸੈੱਲ ਝਿੱਲੀ ਪੌਦੇ ਅਤੇ ਜੰਤੂ ਸੈੱਲ ਨੂੰ ਆਕ੍ਰਿਤੀ ਪ੍ਰਦਾਨ ਕਰਦੀ ਹੈ। ਸੈੱਲ ਝਿੱਲੀ ਇੱਕ ਸੈੱਲ ਨੂੰ ਦੂਜੇ ਸੈੱਲ ਨਾਲੋਂ ਅਤੇ ਸੈੱਲ ਦੇ ਆਲੇ ਦੁਆਲੇ ਦੇ ਮਾਧਿਅਮ ਤੋਂ ਨਿਖੇੜ ਕੇ ਰੱਖਦੀ ਹੈ। ਸੈੱਲ ਨੂੰ ਪਲਾਜ਼ਮਾ ਝਿੱਲੀ ਵੀ ਕਹਿੰਦੇ ਹਨ। ਇਹ ਮੁਸਾਮਦਾਰ ਹੁੰਦੀ ਹੈ, ਜੋ ਚੋਣਵੇਂ ਪਦਾਰਥਾਂ ਨੂੰ ਸੈੱਲ ਦੇ ਅੰਦਰ ਬਾਹਰ ਆਉਣ ਜਾਣ ਦਿੰਦੀ ਹੈ। ਸੈੱਲ ਝਿੱਲੀ ਇੱਕ ਹੋਰ ਮੋਟੀ ਪਰਤ ਨਾਲ ਘੇਰੀ ਹੁੰਦੀ ਹੈ, ਜਿਸ ਨੂੰ ਸੈੱਲ ਕੰਧ ਜਾਂ ਸੈੱਲ ਭਿੱਤੀ ਕਹਿੰਦੇ ਹਨ।
ਸੈੱਲ ਝਿੱਲੀ ਨੂੰ ਘੇਰਨ ਵਾਲੀ ਇਹ ਸਖਤ ਰਚਨਾ ਪੌਦਿਆਂ ਦੇ ਸੈੱਲਾਂ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੁੰਦੀ ਹੈ। ਪੌਦੇ ਸੈੱਲ ਨੂੰ ਤਾਪ ਵਿੱਚ ਪਰਿਵਰਤਨ, ਤੇਜ਼ ਗਤੀ ਨਾਲ ਚੱਲਣ ਵਾਲੀਆਂ ਹਵਾਵਾਂ, ਵਾਯੂਮੰਡਲੀ ਨਮੀ, ਭਿੰਨ-ਭਿੰਨ ਪਰਿਵਰਤਨਾਂ ਤੋਂ ਸੁਰੱਖਿਆ ਦੀ ਲੋੜ ਹੁੰਦੀ ਹੈ। ਪੌਦੇ ਇਹਨਾਂ ਪਰਿਵਰਤਨਾਂ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਇਹ ਚੱਲ ਨਹੀਂ ਸਕਦੇ। ਸੈੱਲ ਪਦਾਰਥ ਇਹ ਇੱਕ ਝਿੱਲੀ ਵਰਗਾ ਪਦਾਰਥ ਹੁੰਦਾ ਹੈ ਜੋ ਸੈੱਲ, ਝਿੱਲੀ ਅਤੇ ਕੇਂਦਰਕ ਦੇ ਵਿਚਕਾਰ ਭਰਿਆ ਹੁੰਦਾ ਹੈ। ਸੈੱਲ ਦੇ ਬਾਕੀ ਸੰਗਠਕ ਅਤੇ ਨਿੱਕੜੇ ਅੰਗ ਸੈੱਲ ਦਰਵ ਵਿੱਚ ਹੀ ਪਾਏ ਜਾਂਦੇ ਹਨ। ਇਹ ਨਿੱਕੜੇ ਅੰਗ ਹਨ ਮਾਈਟੋਕੌਂਡਰੀਆ, ਗਾਲਜੀ ਕਾਇਆ, ਰਾਈਬੋਸੋਮ ਆਦਿ। ਉਸ ਤੋਂ ਬਾਅਦ ਆਉਂਦਾ ਹੈ ਮਹੱਤਵਪੂਰਨ ਅੰਗ ਕੇਂਦਰਕ। ਇਹ ਸਜੀਵ ਸੈੱਲ ਦਾ ਮਹੱਤਵਪੂਰਨ ਅੰਸ਼ ਹੈ। ਇਹ ਸੈੱਲ ਦੇ ਮੱਧ ਵਿੱਚ ਸਥਿਤ ਹੁੰਦਾ ਹੈ। ਇਸ ਨੂੰ ਸੂਖਮਦਰਸ਼ੀ ਵਿੱਚ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ। ਕੇਂਦਰਕ ਬਾਹਰੋਂ ਇੱਕ ਝਿੱਲੀ ਨਾਲ ਘਿਰਿਆ ਹੁੰਦਾ ਹੈ ਜਿਸ ਨੂੰ ਕੇਂਦਰਕ ਝਿੱਲੀ ਕਹਿੰਦੇ ਹਨ। ਇਹ ਝਿੱਲੀ ਕੇਂਦਰਕ ਨੂੰ ਸੈੱਲ ਦਰਵ ਨਾਲੋਂ ਅਲੱਗ ਰੱਖਦੀ ਹੈ। ਇਹ ਝਿੱਲੀ ਵੀ ਮੁਸਾਮਦਾਰ ਹੁੰਦੀ ਹੈ ਅਤੇ ਸੈੱਲ ਦਰਵ ਅਤੇ ਕੇਂਦਰਕ ਦੇ ਵਿਚਕਾਰ ਪਦਾਰਥਾਂ ਦੇ ਆਦਾਨ ਪ੍ਰਦਾਨ ਨੂੰ ਕੰਟਰੋਲ ਵਿੱਚ ਰੱਖਦੀ ਹੈ। ਬੱਚਿਓ, ਕਈ ਸੈੱਲ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਕੇਂਦਰਕ ਦਰਵ ਕੇਂਦਰਕ ਝਿੱਲੀ ਤੋਂ ਰਹਿਤ ਹੁੰਦਾ ਹੈ। ਉਹ ਸੈੱਲਾਂ ਨੂੰ ਪ੍ਰੋਕੈਰੀਓਟਿਕ ਸੈੱਲ ਕਹਿੰਦੇ ਹਨ। ਸੋ ਅਜਿਹੇ ਸੈੱਲ ਜਿਨ੍ਹਾਂ ਦਾ ਕੇਂਦਰਕ ਦਰਵ ਕੇਂਦਰਕ ਝਿੱਲੀ ਤੋਂ ਰਹਿਤ ਹੁੰਦੇ ਹਨ ਉਹ ਪ੍ਰੋਕੈਰੀਓਟਿਕ ਸੈੱਲ ਕਹਾਉਂਦੇ ਹਨ। ਜੀਵਾਣੂ ਅਤੇ ਨੀਲੀ ਹਰੀ ਕਾਈ ਅਜਿਹੇ ਜੀਵਾਂ ਦੀਆਂ ਉਦਾਹਰਨਾਂ ਹਨ। ਉਹ ਸੈੱਲ ਜਿਨ੍ਹਾਂ ਦੇ ਕੇਂਦਰ ਪੂਰੇ ਵਿਕਸਿਤ ਹੁੰਦੇ ਹਨ ਉਹਨਾਂ ਨੂੰ ਯੂਕੈਰੀਓਟਿਕ ਸੈੱਲ ਕਹਿੰਦੇ ਹਨ। ਸੋ ਬੱਚਿਓ, ਜਿਨ੍ਹਾਂ ਦੇ ਸੈੱਲ ਦੇ ਕੇਂਦਰੀ ਪੂਰੇ ਵਿਕਸਿਤ ਹੁੰਦੇ ਹਨ ਉਹਨਾਂ ਨੂੰ ਯੂਕੈਰੀਓਟਿਕ ਸੈੱਲ ਕਹਿੰਦੇ ਹਨ। ਪਿਆਜ਼ ਦੀ ਝਿੱਲੀ ਅਤੇ ਗੱਲਾਂ ਦੇ ਸੈੱਲ ਯੂਕੈਰੀਓਟਿਕ ਦੀਆਂ ਉਦਾਹਰਨਾਂ ਹਨ। ਪਿਆਜ਼ ਦੀ ਝਿੱਲੀ ਅਤੇ ਗੱਲਾਂ ਦੇ ਸੈੱਲ ਵਿੱਚ ਅਸੀਂ ਪੂਰੀ ਤਰ੍ਹਾਂ ਵਿਕਸਿਤ ਕੇਂਦਰ ਦੇਖ ਸਕਦੇ ਹਾਂ। ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਰਸਧਾਨੀ ਬਾਰੇ। ਰਸਧਾਨੀਆਂ ਤਰਲ ਪਦਾਰਥਾਂ ਨੂੰ ਜਮ੍ਹਾਂ ਕਰਨ ਵਾਲੀਆਂ ਥੈਲੀਆਂ ਹਨ। ਜੰਤੂ ਸੈੱਲ ਵਿੱਚ ਰਸਧਾਨੀਆਂ ਛੋਟੀਆਂ ਹੁੰਦੀਆਂ ਹਨ ਜਦੋਂ ਕਿ ਪੌਦਾ ਸੈੱਲ ਵਿੱਚ ਰਸਧਾਨੀਆਂ ਬਹੁਤ ਵੱਡੀਆਂ ਹੁੰਦੀਆਂ ਹਨ। ਪਲਾਸਟਿਡ ਪੌਦਾ ਸੈੱਲਾਂ ਵਿੱਚ ਛੋਟੀਆਂ-ਛੋਟੀਆਂ ਸੰਰਚਨਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਪਲਾਸਟਿਡ ਕਹਿੰਦੇ ਹਨ। ਇਹ ਭਿੰਨ-ਭਿੰਨ ਰੰਗਾਂ ਦੇ ਹੁੰਦੇ ਹਨ। ਉਹਨਾਂ ਵਿੱਚੋਂ ਕੁਝ ਵਿੱਚ ਹਰਾ ਵਰਣਕ ਹੁੰਦਾ ਹੈ ਜਿਸ ਨੂੰ ਕਲੋਰੋਫਿਲ ਕਹਿੰਦੇ ਹਨ। ਹਰੇ ਰੰਗ ਦੇ ਪਲਾਸਟਿਡ ਨੂੰ ਕਲੋਰੋਪਲਾਸਟ ਕਹਿੰਦੇ ਹਨ। ਇਹ ਪੱਤੀਆਂ ਨੂੰ ਹਰਾ ਰੰਗ ਪ੍ਰਦਾਨ ਕਰਦੇ ਹਨ। ਪੱਤੀਆਂ ਦੇ ਕਲੋਰੋਪਲਾਸਟ ਵਿੱਚ ਸਥਿਤ ਕਲੋਰੋਫਿਲ ਪ੍ਰਕਾਸ਼ ਸੰਸ਼ਲੇਸ਼ਣ ਦੇ ਲਈ ਜ਼ਰੂਰੀ ਹੈ। ਬੱਚਿਓ, ਵੱਧ ਦਰਸ਼ਨ ਸਮਰੱਥਾ ਵਾਲੇ ਸੂਖਮਦਰਸ਼ੀ ਵਿੱਚ ਵੇਖਣ ਤੇ ਸਾਨੂੰ ਕੇਂਦਰਕ ਵਿੱਚ ਇੱਕ ਛੋਟੀ ਸੰਘਣੀ ਸੰਰਚਨਾ ਵਿਖਾਈ ਦਿੰਦੀ ਹੈ। ਇਸ ਨੂੰ ਨਿਊਕਲੀਅਸ ਕਹਿੰਦੇ ਹਨ। ਇਸ ਤੋਂ ਬਿਨਾਂ ਕੇਂਦਰਕ ਵਿੱਚ ਧਾਗੇ ਵਰਗੀਆਂ ਸੰਰਚਨਾਵਾਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਕ੍ਰੋਮੋਸੋਮ ਜਾਂ ਗੁਣਸੂਤਰ ਕਹਿੰਦੇ ਹਨ। ਇਹਨਾਂ ਵਿੱਚ ਜੀਨ ਹੁੰਦੇ ਹਨ ਜੋ ਅਨੁਵੰਸ਼ਿਕ ਗੁਣਾਂ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਸਥਾਨਾਂਤਰਿਤ ਕਰਦੇ ਹਨ। ਇਹਨਾਂ ਜੀਨਾਂ ਦੇ ਕਾਰਨ ਹੀ ਸਾਡੇ ਗੁਣ ਆਪਣੇ ਮਾਤਾ ਪਿਤਾ ਨਾਲ ਮਿਲਦੇ ਹਨ। ਆਓ ਹੁਣ ਜੰਤੂ ਸੈੱਲ ਨਾਲ ਸੰਬੰਧਿਤ ਇੱਕ ਵੀਡੀਓ ਦਾ ਆਨੰਦ ਮਾਣੀਏ। ਹੈਲੋ ਫਰੈਂਡਸ, ਮੇਰਾ ਨਾਮ ਕੋਲੂ ਹੈ। ਚਲੋ ਅੱਜ ਮੇਰੇ ਨਾਲ ਜੰਤੂ ਸੈੱਲ ਦੀ ਸੈਰ ਕਰਨ ਚੱਲੋ। ਜੰਤੂ ਸੈੱਲ ਇੱਕ ਮੁਸਾਮਦਾਰ ਝਿੱਲੀ ਰਾਹੀਂ ਘਿਰਿਆ ਹੁੰਦਾ ਹੈ। ਮੈਂ ਇਸ ਦੇ ਅੰਦਰ ਜਾਣਾ ਚਾਹੁੰਦਾ ਹਾਂ
प्लीज। ओह, मैनू इजाजत मिल गई। आओ जंतु सेल के अंदर झाकीए। वाह, सैल के ਵੱਖ-ਵੱਖ ਭਾਗਾਂ ਨੂੰ ਨਿਕੜੇ ਅੰਗ ਕਹਿੰਦੇ ਹਨ। ਨਿਊਕਲੀਅਸ, ਮਾਈਟੋਕੌਂਡਰੀਆ, एंडोप्लाज्मिक रेटिकुलम, गोल्जी अपरेटस, लाइसोसोम, ये सारे सेल के निकड़े अंग हैं। ओह, चलना कितना मुश्किल हो रहा है। साइटोप्लाज्म एक जेली वर्गा पदार्थ होता है। ओह, साइटोप्लाज्म सारे निकड़े अंगां लई एक तल प्रदान करता है। आओ इन्हां निकड़े अंगां बारे पढ़िए। वेलकम माय फ्रेंड। थैंक यू मिस्टर न्यूक्लियस। मेरा नाम न्यूक्लियस है। मैनू केंद्रक भी बुलाते हैं। मैं सैल का महत्वपूर्ण अंग हाँ ਅਤੇ ਸੈੱਲ ਦੇ ਅੰਦਰ ਸਾਰੀ ਕਿਰਿਆਵਾਂ ਨੂੰ ਕਾਬੂ ਕਰਕੇ ਰੱਖਦਾ ਹਾਂ। ਮਿਸਟਰ ਨਿਊਕਲੀਅਸ, ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ। ਓਹ, ਇਹ ਕੌਣ ਹਨ? ਅਸੀਂ ਮਾਈਟੋਕੌਂਡਰੀਆ ਹਾਂ। ਅਸੀਂ ਸੈੱਲ ਦਾ ਸ਼ਕਤੀਕਾਰ ਹਾਂ। ਜੀਵਨ ਲਈ ਜ਼ਰੂਰੀ ਵੱਖ-ਵੱਖ ਰਸਾਇਣਿਕ ਕਿਰਿਆਵਾਂ ਨੂੰ ਕਰਨ ਲਈ ATP ਦੇ ਰੂਪ ਵਿੱਚ ਊਰਜਾ ਪ੍ਰਦਾਨ ਕਰਦੇ ਹਾਂ। ATP ਸਰੀਰ ਦੇ ਵਿਕਾਸ, ਕਾਰਜ ਅਤੇ ਸੰਭਾਲ ਲਈ ਜ਼ਰੂਰੀ ਹੁੰਦਾ ਹੈ। ਆਓ ਹੁਣ ਐਂਡੋਪਲਾਜ਼ਮਿਕ ਰੈਟੀਕੂਲਮ ਬਾਰੇ ਜਾਣੀਏ। ਐਂਡੋਪਲਾਜ਼ਮਿਕ ਜਾਲ ਝਿੱਲੀ ਦੁਆਰਾ ਘਿਰਿਆ ਹੋਇਆ ਕੁਝ ਟਿਊਬਾਂ ਜਾਂ ਤਹਿਆਂ ਦਾ ਇੱਕ ਜਾਲ ਹੈ। ਇਹ ਸੈੱਲ ਪਦਾਰਥ ਤੋਂ ਕੇਂਦਰਕ ਤੱਕ ਪਦਾਰਥਾਂ ਦੀ ਖਾਸ ਤੌਰ ਤੇ ਪ੍ਰੋਟੀਨਾਂ ਦੀ ਢੋਆ ਢੁਆਈ ਦੇ ਤੌਰ ਤੇ ਕੰਮ ਕਰਦਾ ਹੈ। ਐਂਡੋਪਲਾਜ਼ਮਿਕ ਰੈਟੀਕੂਲਮ ਦੋ ਤਰ੍ਹਾਂ ਦੇ ਹੁੰਦੇ ਹਨ। ਪੱਧਰਾ ਐਂਡੋਪਲਾਜ਼ਮੀ ਜਾਲ ਅਤੇ ਖੁਰਦਰਾ ਐਂਡੋਪਲਾਜ਼ਮੀ ਜਾਲ। ਪੱਧਰਾ ਐਂਡੋਪਲਾਜ਼ਮਿਕ ਜਾਲ ਲਿਪਿਡ ਦੇ ਅਣੂ ਬਣਾਉਂਦੀ ਹੈ। ਲਿਪਿਡਸ ਸੈੱਲ ਝਿੱਲੀ ਲਈ ਜ਼ਰੂਰੀ ਅੰਸ਼ ਹਨ। ਖੁਰਦਰਾ ਐਂਡੋਪਲਾਜ਼ਮੀ ਰੈਟੀਕੂਲਮ ਉੱਪਰ ਰਾਈਬੋਸੋਮ ਲੱਗੇ ਹੁੰਦੇ ਹਨ। ਆਊਚ। ਰਾਈਬੋਸੋਮ ਖੁਰਦਰੇ ਐਂਡੋਪਲਾਜ਼ਮਿਕ ਰੈਟੀਕੂਲਮ ਵਿੱਚ ਪ੍ਰੋਟੀਨ ਦਾ ਸੰਸ਼ਲੇਸ਼ਣ ਕਰਦੇ ਹਨ। ਇਹ ਕਿੱਥੇ ਜਾ ਰਹੇ ਹਨ? ਪ੍ਰੋਟੀਨ ਗੋਲਜੀ ਆਪਰੇਟਸ ਕੋਲ ਜਾ ਰਹੇ ਹਨ। हाय,
में गोल्जी ऑपरेटर्स हैं। दूसरी तरफ देखो, प्रोटीन ਨੂੰ जमा करके इथों बाहर भेजा जाता है। ये की हैं? गोल्जी ऑपरेटर्स लाइसोसोम बनाने विच भी मदद करते हैं। हाई लाइसोसोम लाइसोसोम में शक्तिशाली पाचनकारी एंजाइम होंदे हैं जो सारे कार्बनिक पदार्थों को तोड़ सकते हैं। ओ कुछ गलत होने लगा है। कुछ गलत हो रहा है। सेल नष्ट हो रहा है। सेल नष्ट हो रहा है। दौड़ो दौड़ो, कुछ गलत हो रहा है। सेल नष्ट हो रहा है। ਜਦੋਂ ਸੈੱਲ ਨਸ਼ਟ ਹੋ ਰਿਹਾ ਹੁੰਦਾ ਹੈ ਤਾਂ ਲਾਈਸੋਸੋਮ ਫਟ ਜਾਂਦੇ ਹਨ। ਜਦ ਲਾਈਸੋਸੋਮ ਫਟਦੇ ਹਨ ਤਾਂ ਪਾਚਕ ਐਂਜ਼ਾਈਮ ਆਪਣੇ ਹੀ ਸੈੱਲ ਨੂੰ ਹਜ਼ਮ ਕਰ ਲੈਂਦੇ ਹਨ। ਇਸ ਲਈ ਲਾਈਸੋਸੋਮ ਨੂੰ ਆਤਮਘਾਤੀ ਪੋਟਲੀ ਵੀ ਕਿਹਾ ਜਾਂਦਾ ਹੈ। ਬੱਚਿਓ, आओ एक बार दोहराई कर लीए। सैल जीवन की मूल रचना अते कार्य करन दी इकाई है। सैल दो प्रकार के हुंदे हन, पौधा सैल अते जंतु सैल। बच्चिओ, हुण आपां पौधा सैल ते जंतु सैल की रचना दा डायग्राम राही तुलना करांगे। सब तो पहला इन्हां विच अंतर की है उस बारे विचारांगे। पौधा सैल विच सैल कंध भाव सैल भित्ती मौजूद हुंदी है। यह सैल भित्ती सैलूलोज की बनी हुंदी है जो कि पौधा सैल नूं सुरक्षा प्रदान करती है। जंतु सैल विच सैल भित्ती मौजूद नहीं हुंदी। जंतु सैल विच सैल झिल्ली इकल्ली ही सैल की सुरक्षा करती है। दूजा अंतर, पौधा सैल विच वड्डी राजधानी हुंदी है जो कि केवल एक ही हो सकती है, जबकि जंतु सैल विच छोटियां बहुत सारियां राजधानियां हुंदियां हन। पौधा सैल विच वड्डी राजधानी सैल दे केंद्र विच हुंदी है, जिस करके केंद्रक कंध वाले पासे हुंदा है, जबकि जंतु सैल विच केंद्रक सैल दे लगभग मध्य विच हुंदा है। अगला अंतर है, पौधा सैल विच क्लोरोप्लास्ट हुंदा है, जबकि जंतु सैल विच क्लोरोप्लास्ट नहीं हुंदा। पौधा सैल विच भोजन पदार्थ स्टार्च के रूप विच मौजूद हुंदा है, जबकि जंतु सैल विच भोजन पदार्थ ग्लाइकोजन के रूप विच स्टोर हुंदा है। आओ हुण एक टेबल की सहायता नाल पौधा सैल अते जंतु सैल विच अंतर की दोहराई करिए। सैल झिल्ली, पौधा सैल विच सैल झिल्ली मौजूद हुंदी है। जंतु सैल विच भी सैल झिल्ली मौजूद हुंदी है। सैल भित्ती, पौधा सैल विच सैल भित्ती हुंदी है,
जबकि जंतु सैल विच सैल भित्ति मौजूद नहीं हुंदी। केंद्रक पौधा सैल विच केंद्रक मौजूद हुंदा है। जंतु सैल विच भी केंद्रक मौजूद हुंदा है। केंद्रक झिल्ली पौधा सैल विच केंद्रक झिल्ली मौजूद हुंदी है। जंतु सैल विच भी केंद्रक झिल्ली मौजूद हुंदी है। सैल द्रव पौधा सैल विच भी सैल द्रव हुंदा है। जंतु सैल विच भी सैल द्रव मौजूद हुंदा है। प्लास्टिड पौधा सैल विच प्लास्टिड मौजूद हुंदे हन। जंतु सैल विच प्लास्टिड मौजूद नहीं हुंदे। रसधानियां पौधा सैल विच रसधानियां मौजूद हुंदियां हन। जंतु सैल विच भी रसधानियां मौजूद हुंदियां हन। बच्चों, मैनू उम्मीद है तुहानू हुण पौधा सैल अते जंतु सैल विच अंतर समझ आ गया होवेगा।